पंजाब एग्रीकल्चर यूनिवर्सिटी वाले एक नवी एक दिन की वर्कशॉप ऑर्गेनाइज़ की जा रही है। ये जी वर्कशॉप है ये हैगी न्यू टैक्नोलॉजीज़ फॉर सस्टेनेबल एग्रीकल्चर। ਇਹਦਾ ਮੇਨ ਮੰਤਵ ਹੈ ਕਿ ਜਿਹੜੀਆਂ ਵੀ ਅਸੀਂ ਮੇਨ ਸਾਡੇ ਫਾਰਮਰਸ ਦੀ ਜਿਹੜੀ ਪ੍ਰੋਡਕਟਿਵਿਟੀ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੇ ਝਾੜ ਵਧਣ ਉਹਨਾਂ ਦੀ ਆਮਦਨੀ ਵਧੇ। ਉਸ ਕਰਕੇ ਬਹੁਤ ਸਾਰੀਆਂ ਨਵੀਆਂ ਟੈਕਨੋਲੋਜੀਜ਼ ਹੈ ਜਿਹੜੀਆਂ ਸਾਨੂੰ ਹੈਲਪ ਕਰ ਸਕਦੀਆਂ ਸਾਡੇ ਫਾਰਮਰਸ ਦੇ। ਇੱਕ ਇਹਦਾ ਮੇਨ ਇਹਦਾ ਜਿਹੜਾ ਟੌਪਿਕ ਵੀ ਰੱਖਿਆ ਸੀ ਨਿਊ ਟੈਕਨੋਲੋਜੀਜ਼ ਫॉर ਸਸਟੇਨੇਬਲ ਐਗਰੀਕਲਚਰ, ਤਾਂ ਕਿ ਵੀ ਜਿੰਨਾ ਕਿਤੇ ਜਿੱਦਾਂ ਹੁਣ ਆਪਾਂ ਨੂੰ ਲੱਗਦਾ ਪਈ ਕਿ ਆ ਝਾੜ ਘਟ ਗਿਆ, ਕਿਸੇ ਕਿਸਾਨ ਨੂੰ ਲੱਗਦਾ ਸਾਡੀ ਆਮਦਨੀ ਦੇ ਵਿੱਚ ਕਿਤੇ ਕਟੌਤੀ ਆਈ ਹੈ, ਉਹਦੇ ਨਾਲ ਹੈ ਕਿ ਸਾਡੇ ਕੋਲ ਅੱਜ ਕੱਲ੍ਹ ਜਿੱਦਾਂ ਦਾ ਕਲਾਈਮੇਟ ਦਾ ਬਦਲਾਅ ਆ ਰਿਹਾ ਉੱਥੇ ਨਵੀਆਂ ਸਾਡੇ ਕੋਲ ਚੈਲੰਜ ਵੀ ਉੱਭਰ ਕੇ ਆ ਰਹੇ ਆ। ਕਿਤੇ ਸਾਨੂੰ ਕਣਕ ਦੇ ਵਿੱਚ ਹੀਟ ਸਟ੍ਰੈਸ ਨੂੰ ਟਾਕਰਾ ਕਰਨਾ ਪੈ ਜਾਂਦਾ, ਕਿਤੇ ਮੱਕੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਾਣੀ, ਤੁਸੀਂ ਪਿਛਲੇ ਸਾਲ ਦੇਖਿਆ ਹੀ ਹੈ ਕਿ ਕਿੱਦਾਂ ਫਲੱਡਸ ਨੇ ਕਿੰਨੇ ਐਗਰੀਕਲਚਰ ਦਾ ਨੁਕਸਾਨ ਕੀਤਾ। ਸੋ ਇਹ ਵਰਕਸ਼ਾਪ ਦਾ ਮੇਨ ਅੰਦੇਸ਼ਾ ਮੇਨ ਮੰਤਵ ਇਹ ਹੈਗਾ ਕਿ ਬਹੁਤ ਸਾਰੀਆਂ ਨਵੇਂ ਟੂਲਸ ਹੈ ਟੈਕਨੋਲੋਜੀਜ਼ ਹੈ ਉਹ ਸਾਰੇ ਅਸੀਂ ਕਿ ਕਿਹੜੀਆਂ ਟੈਕਨੋਲੋਜੀਜ਼ ਨੂੰ ਵਰਤ ਕੇ ਅਸੀਂ ਬਹੁਤ ਜਲਦੀ ਦੇ ਨਾਲ, ਇੱਕ ਤਾਂ ਹੁੰਦਾ ਨਾ ਅਸੀਂ ਜਿੱਦਾਂ ਪਹਿਲਾਂ ਪਲਾਂਟ ਬਰੀਡਿੰਗ ਦੇ ਨੁਕਤੇ ਤਿਆਰ ਕਰਕੇ 10-10 12-12 ਸਾਲ ਦੇ ਵਿੱਚ ਇੱਕ ਨਵੀਆਂ ਵੈਰਾਈਟੀਆਂ ਨਵੇਂ ਹਾਈਬ੍ਰਿਡ ਤਿਆਰ ਕਰਦੇ ਸੀ। ਹੁਣ ਸਾਡੇ ਕੋਲ ਨਵੀਆਂ ਟੈਕਨੋਲੋਜੀਜ਼ ਹੈ ਨਵੇਂ ਟੂਲ ਹੈ ਜਿਹਦੇ ਕਰਕੇ ਅਸੀਂ ਉਸ ਟਾਈਮ ਨੂੰ ਘਟਾ ਕੇ ਆਪਣੇ ਜਿਹੜੇ ਪ੍ਰੋਡਕਟ ਹੈ ਆਪਣੀਆਂ ਵੈਰਾਈਟੀਆਂ ਆਪਣੇ ਕਿਸਾਨ ਵੀਰਾਂ ਕੋਲ ਕਿੱਦਾਂ ਜਲਦੀ ਤੋਂ ਜਲਦੀ ਲੈ ਕੇ ਜਾ ਸਕਦੇ ਹਾਂ। ਇੱਕ ਸੈਕਿੰਡ ਇਹਦਾ ਮੇਜਰ ਆਬਜੈਕਟਿਵ ਹੈਗਾ ਰੈਗੂਲੇਸ਼ਨ ਪਾਰਟ। ਜਦੋਂ ਕੋਈ ਨਵੀਂ ਟੈਕਨੋਲੋਜੀ, ਤੁਸੀਂ ਸੁਣਿਆ ਹੀ ਹੋਣਾ BT ਕਾਟਨ BT ਮੇਜ਼, ਸਾਡੇ ਸਾਰੇ ਕਿਸਾਨ ਵੀਰਾਂ ਨੂੰ ਜ਼ਿਆਦਾਤਰ ਹੋ ਜਾਂਦਾ ਕਿ ਪਤਾ ਨਹੀਂ ਕਿਹੜੀ ਜੀਨ ਕਿੱਧਰੋਂ ਪਾਈ ਹੈ, ਇਹਦੇ ਨਾਲ ਸਾਨੂੰ ਕੀ ਨੁਕਸਾਨ ਹੋ ਸਕਦਾ। ਅਤੇ ਉਹ ਵੀ ਹੋ ਜਾਂਦਾ ਕਿ ਹਾਂ ਇਹ ਪ੍ਰਾਈਵੇਟ ਦੇ ਕੋਲ ਪ੍ਰਾਈਵੇਟ ਦਾ ਹਾਈਬ੍ਰਿਡ ਹੈ, ਉਹਦੇ ਪੈਸੇ ਕਿੰਨੇ ਲੱਗਣਗੇ, ਅਸੀਂ ਫੋਰਸ ਹੋ ਸਕਦੇ ਹਾਂ ਕਿ ਸਾਨੂੰ ਇਹ ਸੀਡ ਖਰੀਦਣਾ ਹੀ ਪਏਗਾ। ਉਹਦੇ ਵਿੱਚ ਇਹ ਅੱਜ ਸਾਰੇ ਅਸੀਂ ਆਪਣੀ ਜਿਹੜੀ ਇਸ ਵਰਕਸ਼ਾਪ ਦੇ ਵਿੱਚ ਆਪਣੇ ਜਿੰਨੇ ਵੀ ਚੀਫ ਐਗਰੀਕਲਚਰ ਆਫਿਸਰਸ ਹੈ ਸਾਰੇ ਡਿਸਟ੍ਰਿਕਟਸ ਦੇ, ਉਹਨਾਂ ਦੇ ਨਾਲ ਉਹਨਾਂ ਦੇ ਹੋਰ ਐਕਸਟੈਂਸ਼ਨ ਦੇ ਜਿਹੜੇ ਆਫੀਸ਼ੀਅਲਸ ਹੈ ਜਿਹੜੇ ਆਪਣੀ ਕਿਸਾਨ ਵੀਰਾਂ ਦੇ ਨਾਲ ਸਿੱਧਾ ਵਾਸਤਾ ਰੱਖਦੇ ਆ, ਉਹਨਾਂ ਨੂੰ ਬੁਲਾਇਆ ਹੋਇਆ। ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਸ ਵਰਕਸ਼ਾਪ 'ਚ ਬੁਲਾਇਆ ਹੋਇਆ ਇਹੀ ਦੱਸਣ ਲਈ ਕਿ ਜਿਹੜੀ ਵੀ ਨਵੀਂ ਟੈਕਨੋਲੋਜੀ ਆਉਂਦੀ ਹੈ ਉਹਦੇ ਕਿਹੜੇ ਰੈਗੂਲੇਟਰੀ ਪੜਾਅ ਹੈਗੇ ਆ, ਕਿਹੜੀਆਂ ਏਜੰਸੀਆਂ ਹੈ। ਜਿੱਦਾਂ ਉਹਨਾਂ ਨੂੰ ਦੱਸਿਆ ਕਿ ਬਈ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਦੇ ਥੱਲੇ ਹੈਗਾ, ਫਿਰ ਮਿਨਿਸਟਰੀ ਆਫ ਐਨਵਾਇਰਨਮੈਂਟ ਦੇ ਰੂਲਸ ਹੈਗੇ ਆ ਕਿ ਜੇ ਅੱਜ ਮੈਂ ਕੋਈ ਨਵੀਂ ਟੈਕਨੋਲੋਜੀ ਤਿਆਰ ਕਰਦੀ ਹਾਂ ਉਹ ਮੈਨੂੰ ਆਪਣੇ ਕਿਸਾਨ ਵੀਰਾਂ ਤੱਕ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਕਮੇਟੀਆਂ ਸਾਰੇ ਰੈਗੂਲੇਟਰੀ ਜਿਹੜੀਆਂ ਅਥਾਰਟੀਜ਼ ਹੈਗੀਆਂ ਉਹਨਾਂ ਦੇ ਥਰੂ ਹੋ ਕੇ ਜਾਣਾ ਪਏਗਾ, ਤਾਂ ਕਿ ਫਿਰ ਸਾਡੇ ਕਿਸਾਨ ਵੀਰਾਂ ਦੇ ਜਿਹੜੇ ਮਨ ਦੇ ਵਿੱਚ ਅੰਦੇਸ਼ੇ ਹੈ ਕਈ ਵਾਰੀ ਕਿ ਪਤਾ ਨਹੀਂ ਇਹ ਨਵੀਂ ਟੈਕਨੋਲੋਜੀ ਕਾਹਦੇ ਲਈ ਆ ਗਈ, ਇਹਦਾ ਮੈਨੂੰ ਕੀ ਨੁਕਸਾਨ ਹੋ ਸਕਦਾ। ਇੱਕ ਮੈਨੂੰ ਬੜੀ ਪੁਰਾਣੀ ਜਦੋਂ ਸਾਡੇ ਭਾਖੜਾ ਨੰਗਲ ਡੈਮ ਦਾ ਸੀਗਾ ਨਾ ਜੀ, ਉਦੋਂ ਸਾਡੇ ਕਿਸਾਨ ਵੀ ਜਦੋਂ ਬਿਜਲੀ ਉਹਨਾਂ ਨੂੰ ਲੱਗਦਾ ਸੀ ਕਿ ਇਹ 'ਚੋਂ ਬਿਜਲੀ ਕੱਢ ਲੈਣਗੇ ਅਤੇ ਕਿਤੇ ਪਾਣੀ ਸਾਡੀ ਪੈਦਾਵਾਰ ਘਟਾ ਦੇਗਾ। ਜਦੋਂ ਵੀ ਕੁਛ ਨਵੀਂ ਚੀਜ਼ ਆਉਂਦੀ ਹੈ ਨਾ ਤਾਂ ਉਹਦੇ ਲਈ ਆਪਣੇ ਅੰਦਰ ਕੁਛ ਡਾਊਟ ਆਉਣਾ ਉਹ ਨੈਚੁਰਲ ਹੈ। ਤਾਂ ਅੱਜ ਇਸੇ ਕਰਕੇ ਬੁਲਾਇਆ ਸੀਗਾ ਕਿ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਆ ਉਹਨਾਂ ਦੀ ਸਾਨੂੰ ਜ਼ਰੂਰਤ ਹੈ, ਕਿਉਂਕਿ ਅਸੀਂ ਆਪਣੀ ਪ੍ਰੋਡਕਟਿਵਿਟੀ ਨੂੰ ਸਸਟੇਨ ਕਰਨਾ ਹੈ। ਜੋ ਸਾਡੀ ਉਪਜ ਦੇ ਪੰਜਾਬ ਗ੍ਰੀਨ ਰੈਵੋਲਿਊਸ਼ਨ ਦੇ ਲਈ ਅਗਾਂਹ ਵਧੂ ਰਿਹਾ, ਹੁਣ ਜਿਹੜੀ ਜੀਨ ਐਵੋਲਿਊਸ਼ਨ ਆਈ ਹੈ ਉਹਦੇ ਲਈ ਵੀ ਅਸੀਂ ਅਗਾਂਹ ਹੀ ਰਹਿਣਾ। ਪੰਜਾਬ ਹਮੇਸ਼ਾ ਹੀ ਨੰਬਰ 1 'ਤੇ ਰਿਹਾ ਅਤੇ ਹੁਣ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਨੂੰ ਅਪਣਾ ਕੇ ਵੀ ਅਸੀਂ ਪਹਿਲੇ ਨੰਬਰ 'ਤੇ ਹੀ ਰਹਿਣਾ। ਆਪਣੇ ਕਿਸਾਨਾਂ ਦੀ ਜਿਹੜੀ ਜਿੰਨੀ ਵੀ ਪ੍ਰੋਡਕਟਿਵਿਟੀ ਹੈ ਸਾਰੀਆਂ ਮੇਜਰ ਕ੍ਰੌਪਸ ਦੇ ਵਿੱਚ, ਚਾਹੇ ਉਹ ਸਬਜ਼ੀਆਂ ਆ, ਚਾਹੇ ਉਹ ਕਣਕ ਝੋਨਾ ਮੱਕੀ ਹੈ, ਸਾਰਿਆਂ ਦੇ ਵਿੱਚ ਅਸੀਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਆਪਣਾ ਝਾੜ ਆਪਣਾ ਔਰ ਜਿਹੜੇ ਨਵੇਂ ਕੀੜੇ ਆਉਂਦੇ ਜਿੱਦਾਂ ਹੁਣ ਮੱਕੀ 'ਚ ਸਾਰਿਆਂ ਨੂੰ ਹੈ ਫਾਲ ਆਰਮੀ ਵਰਮ ਆ ਗਿਆ, ਕਾਟਨ ਦੇ ਵਿੱਚ ਪਿੰਕ ਵਾਲਮ ਆ ਗਿਆ, ਜਿੰਨੇ ਵੀ ਇਹ ਨਵੇਂ ਕੀੜੇ ਨਵੀਆਂ ਬਿਮਾਰੀਆਂ ਆਉਂਦੀਆਂ ਇਹਨਾਂ ਸਾਰੀਆਂ ਨਵੀਆਂ ਟੈਕਨੋਲੋਜੀਜ਼ ਦੇ ਨਾਲ PAU ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਦਾ ਟਾਕਰਾ ਕਰਨ ਲਈ ਅਤੇ ਆਪਣੇ ਕਿਸਾਨ ਵੀਰਾਂ ਦੇ ਕੋਲ ਨਵੀਆਂ ਵੈਰਾਈਟੀਆਂ ਨਵੇਂ ਹਾਈਬ੍ਰਿਡ ਜਲਦੀ ਤੋਂ ਜਲਦੀ ਲੈ ਕੇ ਜਾਣ ਲਈ। ਅੱਜ ਜੀ ਤਕਰੀਬਨ 13-14 ਕਿਸਾਨ ਆਏ ਹੈ ਅਤੇ ਆਪਣੇ ਜਿਹੜੇ ਸਾਰੇ ਡਿਸਟ੍ਰਿਕਾਂ ਦੇ ਚੀਫ ਐਗਰੀਕਲਚਰ ਆਫਿਸਰਸ ਆਏ ਦੇ ਆ, ਨਾਲ ਜਿਹੜੇ ਐਡੀਸ਼ਨਲ ਡਾਇਰੈਕਟਰ ਆਫਿਸਰਸ ਐਕਸਟੈਂਸ਼ਨ ਆਫੀਸ਼ੀਅਲਸ ਆਏ ਹੋਏ ਆ। ਇਸ ਸਾਡੀ ਵਰਕਸ਼ਾਪ ਦੇ ਵਿੱਚ ਤਕਰੀਬਨ 150 ਪਾਰਟੀਸਪੈਂਟਸ ਹੈ ਜੀ, ਅਤੇ ਜਿਹੜੇ ਨਵੇਂ ਰਿਸਰਚਰਸ ਹੈ। ਈਵਨ ਤੁਸੀਂ ਸੁਣਿਆ ਹੋਣਾ ਇੱਕ ਝੋਨੇ ਦੀ ਨਵੀਂ ਵੈਰਾਈਟੀ ਜੀਨ ਐਡਿਟ ਹੋਈ ਹੈ, ਉਹ ਧਾਨ 100 ਉੱਧਰ ਆਪਣਾ ਜਿਹੜਾ ਇੰਡੀਅਨ ਇੰਸਟੀਟਿਊਟ ਆਫ ਹੈਦਰਾਬਾਦ ਦਾ ਹੈਗਾ ਰਾਈਸ ਰਿਸਰਚ ਦਾ, ਉਹਨਾਂ ਦੇ ਸਾਇੰਟਿਸਟ ਨੂੰ ਅਸੀਂ ਬੁਲਾਇਆ ਕਿ ਉਹਨਾਂ ਨੇ ਉਹ ਜਿਹੜੀ ਜੀਨ ਐਡਿਟ ਕਰਕੇ ਜਿਹੜੀ ਝੋਨੇ ਦੀ ਨਵੀਂ ਵੈਰਾਈਟੀ ਕਿਵੇਂ ਤਿਆਰ ਕੀਤੀ, ਤਾਂ ਕਿ ਸਾਡੇ ਸਾਰੇ ਕਿਸਾਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਟੈਕਨੀਕਸ ਕਿੱਦਾਂ ਕੰਮ ਕਰਦੀਆਂ। ਈਵਨ ਸਾਡੇ ਕੋਲ ਐਗਜ਼ੀਕਿਊਟਿਵ ਡਾਇਰੈਕਟਰ ਨਾਭੀ ਹੈ ਜਿਹੜਾ
ਆਪਣਾ ਆਪਣਾ ਇੱਧਰ ਹੈਗਾ ਨੈਸ਼ਨਲ ਇੰਸਟੀਚਿਊਟ ਆਫ ਐਗਰੋ ਬਿਜ਼ਨਸ ਐਂਡ ਬਾਇਓ ਮੈਨੂਫੈਕਚਰਿੰਗ ਦਾ ਮੋਹਾਲੀ ਦੇ ਵਿੱਚ। ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਆਏ ਹੋਏ ਆ ਇਸੇ ਦੱਸਣ ਲਈ ਕਿ ਕਿਹੜੀਆਂ ਨਵੀਆਂ ਟੈਕਨੋਲੋਜੀਜ਼ ਹੈ ਉਹਨਾਂ ਦੇ ਕੋਲ ਕੀ ਹੈ, ਤਾਂ ਕਿ ਅਸੀਂ ਇੰਟਰ ਇੰਸਟੀਟਿਊਸ਼ਨਲ ਕੋਲੈਬੋਰੇਸ਼ਨਸ ਕਰ ਲਈਏ। ਅਤੇ ਜਿਹੜੀ ਇਹ ਸਾਰੀ ਵਰਕਸ਼ਾਪ ਹੈ ਇਹਨੂੰ ਸਪੋਰਟ ਕਰਨ ਵਾਲੀ ਜਿਹੜੀ ਹੈਗੀ ਹੈ ਉਹ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ ਹੈ। ਮੇਰੇ ਨਾਲ ਡਾਕਟਰ ਪਰੇਸ਼ ਵਰਮਾ ਜੀ ਹੈ, ਹੀ ਇਜ਼ ਅ ਡਾਇਰੈਕਟਰ ਜਨਰਲ ਆਫ FSII। ਸੋ ਇਹ ਜਿੰਨੀਆਂ ਵੀ ਸੀਡ ਇੰਡਸਟਰੀਜ਼ ਹੈ ਆਪਣੇ, ਈਵਨ ਇਹਦੇ ਵਿੱਚ ਸਿਰਫ ਅਸੀਂ ਐਕਸਟੈਂਸ਼ਨ ਆਫੀਸ਼ੀਅਲਸ ਅਤੇ ਕਿਸਾਨ ਵੀਰ ਹੀ ਨਹੀਂ ਹੈ, ਜਿੰਨੀਆਂ ਵੀ ਵੱਡੀਆਂ ਕੰਪਨੀਜ਼ ਹੈਗੀਆਂ ਜਿਹੜੇ ਸਾਡੇ ਐਗਜ਼ੈਕਟ ਸਟੇਕ ਹੋਲਡਰਸ ਹੈ, ਚਾਹੇ ਉਹ ਮਾਈਕੋ ਹੈ, ਬਾਇਰਸ ਹੈ, ਕੋਰਟੇਵਾ ਆ, ਜਿਹੜੀਆਂ ਪਾਰਟ ਉਹ ਹੈ ਪ੍ਰਾਈਵੇਟ ਕੰਪਨੀਜ਼ ਦੇ ਨੁਮਾਇੰਦੇ ਵੀ ਸਾਰੇ ਆਏ ਹੋਏ ਹਨ। ਸੋ ਇਹ ਜਿਹੜੀ ਸਾਨੂੰ ਥੈਂਕਫੁਲ ਹਾਂ ਅਸੀਂ ਫੈਡਰੇਸ਼ਨ ਆਫ ਸੀਡ ਇੰਡਸਟਰੀ ਆਫ ਇੰਡੀਆ ਦੇ, ਜਿਨ੍ਹਾਂ ਨੇ ਇਸ ਵਰਕਸ਼ਾਪ ਲਈ PAU ਨੂੰ ਚੁਣਿਆ। ਇਹ ਕਰਾਉਂਦੇ ਆ ਵਰਕ, ਇਹਦਾ ਮੇਨ ਅਵੇਅਰਨੈਸ ਦੇ ਲਈ ਕਰਾਉਂਦੇ ਆ ਵਰਕਸ਼ਾਪਸ, ਤਾਂ ਕਿ ਸਾਰੇ ਕਿਸਾਨ ਵੀਰਾਂ ਨੂੰ ਪਤਾ ਲੱਗ ਜੇ। ਔਰ ਐਤਕੀ ਇਹਨਾਂ ਨੇ ਸਾਡੇ PAU ਨੂੰ ਚੁਣਿਆ, ਸੋ ਇਹਨਾਂ ਦੇ ਧੰਨਵਾਦੀ ਹਾਂ। ਕਹਿ ਸਕਦੇ ਕੁੱਲ ਮਿਲਾ ਕੇ ਕਿਸਾਨਾਂ ਨੂੰ ਬੈਨੀਫਿਟ ਮਿਲੇਗਾ? ਕਿਸਾਨਾਂ ਨੂੰ ਇਹਦੇ ਨਾਲ ਉਹਨਾਂ ਦੇ ਬਹੁਤ ਬੈਨੀਫਿਟ ਪਏਗਾ, ਔਰ ਅਸੀਂ ਉਹਨਾਂ ਦੇ ਨਾਲ ਇੱਕ ਰਾਬਤਾ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਲੱਗੇ ਕਿ ਬਈ ਜਿੱਦੇ ਨਵੇਂ ਚੈਲੰਜ ਆ ਰਹੇ ਆ, ਆਪਾਂ ਦੇਖਿਆ ਹੀ ਆ ਸਾਡਾ ਪੌਣ ਪਾਣੀ ਦੇ ਵਿੱਚ ਕਲਾਈਮੇਟ ਚੈਲੰਜ ਹੈ, ਨਵੀਆਂ ਬਿਮਾਰੀਆਂ, ਨਵੇਂ ਕੀੜਿਆਂ ਦੇ ਚੈਲੰਜ ਹੈ। ਕਿਸਾਨ ਵੀਰਾਂ ਦੇ ਨਾਲ ਇਹੀ ਗੁਫ਼ਤਗੂ ਹੋਣਾ ਸੀਗਾ ਕਿ ਨਵੀਆਂ ਟੈਕਨੋਲੋਜੀਜ਼ ਹੈ, PAU ਉਹਨਾਂ ਸਾਰੀਆਂ ਨਵੀਆਂ ਟੈਕਨੋਲੋਜੀਜ਼ ਲਈ ਤਿਆਰ ਹੈ, ਅਤੇ ਉਹ ਜਿਹੜੀਆਂ ਟੈਕਨੋਲੋਜੀਜ਼ ਹੈ ਉਹ ਕਿੰਨੀਆਂ ਸੇਫ ਹੈ, ਕਿਹੜੇ ਰੈਗੂਲੇਟਰੀ ਮੈਜਰਸ है, ये दिखाने के लिए। किसानी हाईटेक हो गई है। जो आप पूछ रहे थे कि जो जेनेटिक टेक्नोलॉजीज़ हैं जिसका डॉक्टर संधू ने ज़िक्र किया, वो बीज के थ्रू ही किसान को मिलती है। तो किसान को सिर्फ अपना बीज चेंज करना है और प्रैक्टिस वही करेगा और ये टेक्नोलॉजीज़ उसमें काम करेगी। तो आपने पूछा था किसान को फ़ायदा क्या होगा। किसान की पैदावार बढ़ेगी, किसान को पेस्टिसाइड कम यूज़ करना पड़ेगा, उसका वीड मैनेजमेंट बेटर होगा, तो उससे उसकी उपज बढ़ेगी, उसकी कॉस्ट कम होगी और इनकम बढ़ेगी। और ये हमने जो देखा है, क्योंकि ये टेक्नोलॉजी सारे कंट्रीज़ में बाहर, जैसे डेवलप्ड कंट्रीज़ हैं, अमेरिका, कनाडा, ऑस्ट्रेलिया, और या डेवलपिंग कंट्रीज़ हैं जैसे फ़िलीपींस है, बांग्लादेश है, साउथ अफ्रीका है, ब्राज़ील है, वहाँ पर ये 20, 25, 30 साल से ऑलरेडी फार्मर लगा रहे हैं और ऑलमोस्ट 80%, 90% अडॉप्शन रेट हो चुका है। क्योंकि जब किसान के लिए कोई अच्छी चीज़ होती है तो आप किसान को रोक नहीं सकते। हमने इंडिया में देखा BT कॉटन कितना जल्दी किसान ने उसको अडॉप्ट किया। तो इसी तरह से जहाँ भी ये टेक्नोलॉजी अप्रूव हुई है वहाँ पर किसानों ने इसको बहुत जल्दी अडॉप्ट किया है और उसका फ़ायदा मिला है। हमने इंडिया में BT कॉटन का फ़ायदा देखा था जब BT कॉटन अप्रूव हुई थी। तो किसान के लिए फ़ायदा होगा तभी किसान उसको अडॉप्ट करेगा। और जो मैडम कह रही थी कि यूनिवर्सिटी और इंडस्ट्री मिल के यही एफ़र्ट कर रहे हैं कि अच्छी टेक्नोलॉजी लाएं जिससे किसान को फ़ायदा हो, और सीड इंडस्ट्री उसके फिर उस टेक्नोलॉजी को लेके उसको, क्योंकि अल्टीमेटली बीज से ही वो किसान को मिलेगी, इसलिए सीड इंडस्ट्री का एक बहुत अहम रोल है कि उस टेक्नोलॉजी को नई वैरायटी में, नई हाइब्रिड में लाके और किसानों तक पहुंचाए। सर आपने बाहर की बात की, अगर बाहर के वातावरण की बात करें तो बहुत शुद्ध है, बहुत अच्छा वातावरण। अपना वातावरण अगर इंडिया की बात करें, जैसे 3 मौसम इसमें आते हैं, सपोर्टेड है इतना, क्योंकि आप टेक्नोलॉजी तो ले आए हो, अगर वातावरण एक्सेप्ट नहीं इस चीज़ को करता तो कितना तो हमारे यहाँ जो टेक्नोलॉजी आएगी या जो आई है वो वही आएगी जो हमारे वातावरण में परफॉर्म करेगी। तो इसीलिए आपने जो मैडम ने कहा था कि बहुत ये रिगरस उसका इवैल्यूएशन होता है, उसको देखा जाता है कि हम जो कह रहे हैं वो हमारे वातावरण में, हमारे सॉइल कंडीशन में, हमारे सीज़न में और हमारे लोकली अडेप्टेड वैरायटी या हाइब्रिड में वो परफॉर्म कर रहा है कि नहीं। और जब वो उसकी सब इवैल्यूएशन हो जाता है और कमेटी उसको, गवर्नमेंट कमेटीज़ हैं जो उसको देखती हैं, और जब सेटिस्फाई होती है तभी उसको फिर अप्रूव करती हैं। सर पंजाब का पानी बहुत नीचे जा रहा है, हाँ जी, हाँ जी। पानी बचेगा तो एक पंजाब में तो बहुत बड़ी प्रॉब्लम है, आप कह रहे हैं पंजाब का पानी नीचे जा रहा है, लेकिन ये पानी की प्रॉब्लम या समस्या पूरे हिंदुस्तान की है। और ये उसके लिए इस टेक्नोलॉजी में एक ड्राउट टॉलरेंस की टेक्नोलॉजी भी है
है ना। तो जैसे बीटी कॉटन में तो सिर्फ बोलवर्म के अगेंस्ट रेजिस्टेंस था, लेकिन कुछ टेक्नोलॉजीज़ पाइपलाइन में हैं और कुछ ऑलरेडी इंडिया के बाहर कमर्शलाइज हो चुकी हैं जिसमें ड्राउट टॉलरेंस की टेक्नोलॉजी है। तो उससे डेफिनेटली जो वाटर टेबल जो नीचे जा रहा है वो रुकेगा, क्योंकि वो एक बड़ी प्रॉब्लम है। हम लोगों को अभी आपने प्राइम मिनिस्टर का भी सुना होगा, वो उन्होंने वो दिया था, नारा दिया था, मोर क्रॉप पर ड्रॉप। तो ये पूरे इंडिया का एक्चुअली मैंडेट है कि हम ऐसे नई टेक्नोलॉजी लाएं जिसमें पानी की रिक्वायरमेंट कम हो, जिससे हम पानी बचा सकें और ज़्यादा जुडिशली यूज़ कर सकें। पंजाब के किसानों को क्या करना चाहते पंजाब के किसानों को हम ये बताना चाह रहे हैं, जैसे मैडम ने भी कहा, कि जो भी नई टेक्नोलॉजी आती है वो एक तो ये है कि तभी आएगी जब उनके फ़ायदे के लिए होगी। दूसरा, जो भी नई टेक्नोलॉजी आएगी वो पूरी तरह से उसकी जांच हो चुकी होगी, तभी वो टेक्नोलॉजी सरकार अप्रूव करेगी। और पंजाब के किसान तो हमेशा बहुत प्रोग्रेसिव रहे हैं और हम यही चाहते हैं कि वो उस टेक्नोलॉजी को अडॉप्ट करते वक्त जो पीएयू की रिकमेंडेशन है, जो साइंटिस्ट कह रहे हैं, जो उसके बेनिफिट्स हैं, उसको वो देखें, क्योंकि उन्हें पता होना चाहिए कि हम क्या यूज़ कर रहे हैं। और एक पर्पज़ इस वर्कशॉप का, जैसे मैडम ने बताया था, ये भी है कि हम ये फार्मर्स को कम्युनिकेट कर पाएँ कि इस टेक्नोलॉजी के क्या फ़ायदे हैं और कितनी इसकी थरो इन्वेस्टिगेशन होता है, क्योंकि ये रेगुलेटेड टेक्नोलॉजी है। तो इसकी सेफ्टी असेसमेंट, इसका एनवायरनमेंट पे क्या असर पड़ रहा है, वो सारा इवैल्यूएट उसके बाद ही होता है। तो उनके मन में कोई शंका नहीं होनी चाहिए। जब वो नई टेक्नोलॉजी आएगी तो सबसे बड़ा मैसेज किसानों के लिए ये है कि जब कोई नई टेक्नोलॉजी सरकार आपके लिए अप्रूव कर रही है तो उसमें फिर आपको कोई शंका नहीं होनी चाहिए, क्योंकि सारे टेस्टिंग, सेफ्टी, इवैल्यूएशन हो चुका है और आपके फ़ायदे की चीज़ है, तभी सरकार उसको आप तक आपके लिए अप्रूव कर रही है।